खबरों के बुलेटिन के स्पॉन्सर ने रियल्टर गुरजतिंदर सिंह रंधावा। हर तरह की प्रॉपर्टी खरीदण ते वेचण लई तुसीं कॉल कर सकते हो। सत श्री अकाल जी, तुसीं देख रहे हो पंजाब मिल USA TV ते मैं सुरभि। खबरां दे इस बुलेटिन च बहुत बहुत स्वागत। पेश आ देश ते विदेश नाल जुड़ियां होईयां कुछ खास ते चोणवीआं खबरां। अमेरिका 'च 1 लाख तो वधेरे भारती नौजवानां ते लटकी देश निकाले दी तलवार। अमेरिका 'च 45 दिन च डिपोर्ट कीते 50,500 प्रवासी। हुण UK भी गैर कानूनी प्रवासियां नूं करेगा डिपोर्ट। ट्रंप ने एलोन मस्क नूं दित्ती चेतावनी। अमेरिका 'च बर्फीले तूफान ने विगाड़े हालात, 800 उड़ानां रद्द। हुण इन्हां खबरां दा विस्तार। इस दे नाल ही देश ते विदेश नाल जुड़ियां होईयां तमाम खबरां। अमेरिका अपनी इमीग्रेशन नीतियां नूं सख्त करदा जा रहा है। इस दे तहत H-1B वीज़ा धारक जो नाबालग वजों आए सन ਅਤੇ ਹੁਣ 21 ਸਾਲ ਦੇ ਹੋਣ ਵਾਲੇ ਹਨ, अमेरिका ਵਿੱਚ ਆਪਣੇ ਠਹਿਰਨ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੂੰ ਹੁਣ NRI ਮਾਪਿਆਂ ਯਾਨੀ ਕਿ H-4 ਵੀਜ਼ਾ ਧਾਰਕਾਂ ਦੇ ਨਿਰਭਰ ਨਹੀਂ ਮੰਨਿਆ ਜਾ ਸਕਦਾ। ਅਮਰੀਕੀ ਨੀਤੀ ਤਹਿਤ ਹੁਣ ਤੱਕ ਉਹਨਾਂ ਨੂੰ ਏਜ ਆਊਟ ਤੋਂ ਬਾਅਦ ਨਵਾਂ ਵੀਜ਼ਾ ਦਰਜਾ ਚੁਣਨ ਦੇ ਲਈ 2 ਸਾਲ ਦਿੱਤੇ ਜਾਂਦੇ ਸਨ। पर इमीग्रेशन नियमां ਅਤੇ अदालती मामलिਆਂ ਵਿੱਚ हाल ही ਵਿੱਚ ਹੋਏ ਬਦਲਾਅ ਕਾਰਨ ਉਹਨਾਂ ਨੂੰ चिंता है कि ਇਹ ਵਿਵਸਥਾ ਖਤਮ ਹੋ ਸਕਦੀ ਹੈ। ਉਹਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਭਾਰਤ ਸਵੈਦੇਸ਼ ਨਿਕਾਲੇ ਲਈ ਮਜਬੂਰ ਕੀਤਾ ਜਾ ਸਕਦਾ ਹੈ, ਇੱਕ ਅਜਿਹਾ ਦੇਸ਼ ਜਿਸ ਤੋਂ ਉਹ ਬਹੁਤ ਘੱਟ ਜਾਣੂ ਹਨ ਜਾਂ ਅਮਰੀਕਾ ਵਿੱਚ ਬਾਹਰਲੇ ਵਜੋਂ ਰਹਿਣਾ ਪੈ ਸਕਦਾ ਹੈ। मार्च 2023 ਦੇ ਆંકੜਿਆਂ ਅਨੁਸਾਰ ਅਜਿਹਾ ਅਨੁਮਾਨ ਹੈ ਕਿ ਲਗਭਗ 1,34,000 ਭਾਰਤੀ ਬੱਚਿਆਂ ਦੀ ਨਿਰਭਰ ਵੀਜ਼ਾ ਸਥਿਤੀ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ। ਇਸ ਉਲਝਣ ਨੂੰ ਹੋਰ ਵਧਾਉਂਦਿਆਂ ਟੈਕਸਾਸ ਦੀ ਇੱਕ ਹਾਲੀਆ ਅਦਾਲਤ ਨੇ ਡਿਫਰਡ ਐਕਸ਼ਨਸ ਫॉर ਚਾਈਲਡਹੁੱਡ ਅਰਾਈਵਲ ਯਾਨੀ DACA ਤਹਿਤ ਨਵੇਂ ਬਿਨੇਕਾਰਾਂ ਨੂੰ ਵਰਕ ਪਰਮਿਟ ਦੇਣ ਤੇ ਰੋਕ ਲਗਾ ਦਿੱਤੀ ਹੈ। DACA ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ 2 ਸਾਲਾਂ ਦੀ ਅਸਥਾਈ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ 21 ਸਾਲ ਦੀ ਉਮਰ ਤੋਂ ਬਾਅਦ ਮਾਪਿਆਂ ਤੇ ਨਿਰਭਰ ਵਜੋਂ ਆਪਣੀ ਸਥਿਤੀ ਲਈ ਅਯੋਗ ਹੋ ਜਾਂਦੇ ਹਨ ਅਤੇ ਜਿਨ੍ਹਾਂ ਦੇ ਕੋਲ ਨਵੀਨੀਕਰਨ ਦੀ ਸੰਭਾਵਨਾ ਹੁੰਦੀ ਹੈ। ਇਸ ਵਿਵਸਥਾ ਤੋਂ ਬਿਨਾਂ ਭਾਰਤੀ ਨੌਜਵਾਨਾਂ ਨੂੰ ਡਰ ਹੈ ਕਿ ਉਹ ਅਨਿਸ਼ਚਿਤਤਾ ਵਿੱਚ ਫਸ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਮਾਪਿਆਂ ਨੇ ਗ੍ਰੀਨ ਕਾਰਡ ਲਈ ਜੋ ਅਰਜ਼ੀ ਦਿੱਤੀ ਹੈ ਉਸ ਦੀ ਉਡੀਕ ਮਿਆਦ 12 ਸਾਲ ਤੋਂ ਲੈ ਕੇ 100 ਸਾਲ ਤੱਕ ਹੈ। ਇਨ੍ਹਾਂ ਵਿੱਚੋਂ ਕੁਝ ਨੌਜਵਾਨ ਕੈਨੇਡਾ ਜਾਂ UK ਵਰਗੇ ਹੋਰ ਦੇਸ਼ਾਂ ਵਿੱਚ ਜਾਣ ਬਾਰੇ ਵੀ ਵਿਚਾਰ ਕਰ ਰਹੇ ਹਨ, ਜਿੱਥੇ ਇਮੀਗ੍ਰੇਸ਼ਨ ਨੀਤੀਆਂ ਨੂੰ ਵਧੇਰੇ ਸਮਾਵੇਸ਼ੀ ਮੰਨਿਆ ਜਾਂਦਾ ਹੈ। ਮੈਂਫਿਸ ਵਿੱਚ ਰਹਿਣ ਵਾਲੇ ਇੱਕ ਅੰਡਰ ਗ੍ਰੈਜੂਏਟ ਵਿਦਿਆਰਥੀ ਜੋ ਅਪ੍ਰੈਲ ਵਿੱਚ 21 ਸਾਲ ਦਾ ਹੋ ਜਾਵੇਗਾ, ਉਸਨੇ ਦੱਸਿਆ ਕਿ ਇਹ ਇੱਕ ਸੌਖਾ ਵਿਕਲਪ ਹੋ ਸਕਦਾ ਹੈ। उसने कहा कि वो अपने आप ਨੂੰ ਭਾਰਤ ਵਾਪਸ ਜਾਂਦੇ ਹੋਏ नहीं देख ਸਕਦਾ ਕਿਉਂਕਿ ਇਹ ਉਸ ਨੂੰ ਕਿਸੇ ਹੋਰ ਵਿਦੇਸ਼ੀ ਧਰਤੀ ਵਾਂਗ ਮਹਿਸੂਸ ਹੁੰਦਾ ਹੈ। ਉਹ ਇਸ ਨੂੰ ਆਪਣੇ ਬਚਪਨ ਵਿੱਚ ਛੱਡ ਗਿਆ ਸੀ ਅਤੇ ਹੁਣ ਨਵੇਂ ਸਿਰ ਤੋਂ ਸ਼ੁਰੂਆਤ ਕਰਨੀ ਪਵੇਗੀ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਵੱਲੋਂ ਹੁਣ ਤੱਕ 50,000 ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਇਹ ਆંકੜਾ 1 ਲੱਖ ਤੋਂ ਪਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। CBS ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਫੌਜ ਦੇ ਜਹਾਜ਼ ਵਰਤਣ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤਰੀਕਾ ਬਹੁਤ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਡਿਪੋਰਟੇਸ਼ਨ ਵਾਸਤੇ ਚਾਰਟਰਡ ਫਲਾਈਟਸ ਵਰਤਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੈਕਸੀਕੋ ਨਾਲ ਲੱਗਦੇ ਬਾਰਡਰ ਤੇ ਕੰਧ ਖੜੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਇਸ ਵਾਰ ਪੂਰਾ ਕੀਤਾ ਜਾ ਸਕਦਾ ਹੈ। ਟੈਕਸਾਸ ਦੇ ਈਗਲ ਪਾਸ ਦਾ ਦੌਰਾ ਕਰਕੇ ਪਰਤੇ ਉਪ ਰਾਸ਼ਟਰਪਤੀ JD ਵੈਂਸ ਨੇ ਦੱਸਿਆ ਕਿ 2029 ਤੱਕ ਬਾਰਡਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਕੰਧ ਖੜੀ ਕਰ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਦੱਖਣੀ ਬਾਰਡਰ ਤੇ ਨਿਗਰਾਨੀ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਤਕਨੀਕ ਸਰਹੱਦ ਦੇ ਚੱਪੇ-ਚੱਪੇ ਤੇ ਲਾਗੂ ਕੀਤੀ ਜਾਵੇਗੀ। ट्रंप ਦੇ ਅਹੁਦਾ ਸੰਭਾਲਣ ਮਗਰੋਂ ਰੱਖਿਆ ਮੰਤਰੀ ਪੀਟ ਅਤੇ ਉਪ ਰਾਸ਼ਟਰਪਤੀ JD ਵੈਂਸ ਮੈਕਸੀਕੋ ਨਾਲ ਲੱਗਦੀ ਸਰਹੱਦ ਦਾ ਦੌਰਾ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਟਰੰਪ ਵੀ ਇੱਥੇ ਆ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਬੰਦ ਹੋਣ ਦਾ ਐਲਾਨ ਕਰ ਸਕਦੇ ਹਨ।
ਦੂਜੇ ਪਾਸੇ ਇਮੀਗ੍ਰੇਸ਼ਨ ਅਦਾਲਤਾਂ ਵਿੱਚ ਸੁਣਵਾਈ ਅਧੀਨ ਮੁਕੱਦਮਿਆਂ ਦੀ ਗਿਣਤੀ ਦਾ ਬੈਕਲੌਗ ਇੰਨਾ ਵੱਧ ਗਿਆ ਹੈ ਕਿ ਕਿਸੇ ਪ੍ਰਵਾਸੀ ਦੇ ਮੁਕੱਦਮੇ ਦੀ ਪਹਿਲੀ ਸੁਣਵਾਈ ਹੋਣ ਵਿੱਚ 6 ਸਾਲ ਦਾ ਸਮਾਂ ਲੱਗ ਸਕਦਾ ਹੈ। ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਪਿਛਲੇ ਸਾਲ 7 ਲੱਖ ਤੋਂ ਵੱਧ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ, ਜੋ ਆਪਣੇ ਵਿੱਚ ਰਿਕਾਰਡ ਹੈ। ਦੂਜੇ ਪਾਸੇ 15 ਲੱਖ ਅਜ਼ਾਇਲਮ ਅਰਜ਼ੀਆਂ ਤੇ ਸੁਣਵਾਈ ਚੱਲ ਰਹੀ ਹੈ, ਜਦਕਿ 36 ਲੱਖ ਅਰਜ਼ੀਆਂ ਪਹਿਲੀ ਸੁਣਵਾਈ ਦੀ ਉਡੀਕ ਕਰ ਰਹੀਆਂ ਹਨ। 2022 ਮਗਰੋਂ ਅਜ਼ਾਇਲਮ ਦੇ ਦਾਅਵੇ ਹਰ ਸਾਲ ਦੁੱਗਣਾ ਵਧੇ ਹਨ ਅਤੇ ਇਕੱਲੇ 2024 ਦੌਰਾਨ 8,50,000 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਅਮਰੀਕਾ ਵਿੱਚ ਪਨਾਹ ਮੰਗੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਦੇ ਜੱਜਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ ਮੁਕੱਦਮਿਆਂ ਦੀ ਸੁਣਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਇਮੀਗ੍ਰੇਸ਼ਨ ਵਕੀਲਾਂ ਨੂੰ ਡਰ ਹੈ ਕਿ ਅਜ਼ਾਇਲਮ ਦੇ ਦਾਅਵੇ ਧੜਾਧੜ ਰੱਦ ਕਰਦਿਆਂ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਸਕਦੇ ਹਨ। ਟਰੰਪ ਸਰਕਾਰ ਸੱਤਾ ਵਿੱਚ ਆਉਣ ਮਗਰੋਂ 20 ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ, ਜਦਕਿ 2023 ਵਿੱਚ 140 ਜੱਜਾਂ ਦੀ ਭਰਤੀ ਕੀਤੀ ਗਈ ਅਤੇ 2024 ਵਿੱਚ ਇਮੀਗ੍ਰੇਸ਼ਨ ਅਦਾਲਤਾਂ ਨੂੰ ਤਕਰੀਬਨ 40 ਨਵੇਂ ਜੱਜ ਮਿਲੇ। ਉਪ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਜੋ ਬਾਈਡਨ ਵੱਲੋਂ ਅਮਰੀਕਾ ਦਾ ਦੱਖਣੀ ਬਾਰਡਰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਅਤੇ ਪ੍ਰਵਾਸੀਆਂ ਦੀ ਆੜ ਵਿੱਚ ਨਸ਼ਾ ਤਸਕਰਾਂ ਨੇ ਮੁਲਕ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ। ਅਜਿਹੇ ਲੋਕ ਸਾਡੇ ਮੁਲਕ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਟਰੰਪ ਸਰਕਾਰ ਅਪਰਾਧਕ ਪਿਛੋਕੜ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਅਮਰੀਕਾ ਤੋਂ ਬਾਅਦ ਹੁਣ ਯੂਕੇ ਤੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। यूके ਦੀ ਲੇਬਰ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਮੁਹਿੰਮ ਚਲਾਈ ਹੈ। ਇਹ ਮੁਹਿੰਮ ਖਾਸ ਤੌਰ ਤੇ ਭਾਰਤੀ ਰੈਸਟੋਰੈਂਟ, ਨੇਲ ਬਾਰ, ਕਰਿਆਨਾ ਸਟੋਰ ਅਤੇ ਕਾਰ ਵਾਸ਼ ਵਰਗੇ ਛੋਟੇ ਕਾਰੋਬਾਰਾਂ ਤੇ ਕੇਂਦਰਿਤ ਹੈ। ਹਾਲ ਹੀ 'ਚ 828 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਇਸ 'ਚ 609 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। गिरफ्तार किए गए लोगों च ज्यादातर पंजाबी हैं जो स्टडी या टूरिस्ट वीजा ते यूके गए सन। वीजे की मियाद खत्म होने तो बाद वो गैर कानूनी ढंग नाल ब्रिटेन च रह रहे सन। इस तो इलावा उत्तरी इंग्लैंड के हंबरसाइड विच एक भारतीय रेस्टोरेंट विच छापेमारी दौरान 7 लोगों को गिरफ्तार किया गया, जिन्हां विचों 4 नूं हिरासत विच लै लिया गया। लेबर सरकार दे सत्ता विच आउण तो बाद लगभग 19,000 विदेशी अपराधियों और गैर कानूनी प्रवासियों को देश निकाला दिता गया। इन्हां विच ज्यादातर पंजाबी हैं। इस सख्त कार्रवाई के नतीजे वजों गैर कानूनी प्रवासियों को रोजगार देने वाले मालकां ते भी भारी जुर्माना लगाया जा रहा है। गैर कानूनी कर्मचारियों को नौकरी ते रखण ते मालक नूं 60,000 पौंड यानी कि 60 लाख रुपए तक का जुर्माना भरना पै सकता है। ब्रिटेन के एक प्रसिद्ध शख्सियत का कहना है कि दिसंबर 2024 ਨੂੰ खत्म हुए साल विच 1 ਲੱਖ ਤੋਂ ਵੀ ਵੱਧ ਲੋਕਾਂ ਨੇ यूके विच पनाह लैण ਦਾ दावा किया, जो कि 1979 तो बाद सब तो ਵੱਧ गिनती है। 2024 विच 32% पनाह के दावे छोटियां किश्तियां विच आउण वाले लोकां दे सन। इस तो इलावा यूके विच इस समय 7 ਲੱਖ तो ਵੱਧ पंजाबी हैं ਅਤੇ बहुगिनती सिख भाईचारे की है। यूके ने 2008 तो स्टडी वीजा विच काफ़ी ढिल दी सी, जिसका फायदा उठाते हुए वड्डी गिनती विच नौजवान स्टडी वीजे ते यूके गए सन। ताज़ा अधिकारित आंकड़े अनुसार यूके विच 10 लाख विद्यार्थी अपनी दूजी भाषा वजों अंग्रेजी रखते हैं, जबकि जिन्हां विद्यार्थियों की पहली भाषा अंग्रेजी नहीं है उन्हां विचों पंजाबी सब तो वध बोली जाने वाली है। हाल ही दी रिपोर्ट अनुसार पढ़ाई लई यूके जाने वाले भारतीय विद्यार्थियों का वड्डा हिस्सा पंजाब तो है। अमरीकी राष्ट्रपति डोनाल्ड ट्रंप ने एलोन मस्क ਨੂੰ चेतावनी दी है कि उन्हां कोल सरकारी कर्मचारियों ਨੂੰ ਕੱਢਣ ਦਾ कोई अधिकार नहीं है। ट्रंप ने कहा है कि एलोन मस्क सिर्फ विभागों ਨੂੰ सलाह दे सकते हैं, पर सरकारी कर्मचारियों ਨੂੰ बर्खास्त करन ਜਾਂ ਨੀਤੀਆਂ ਤੇ एक पासड़ फैसला लैण ਦਾ अधिकार नहीं है। ਇਹ विकास एलोन मस्क ਦੇ ਨਵੇਂ बने सरकारी कुशलता विभाग यानी DOG ਨਾਲ जुड़िया है, जो कि लागत घटाउण लई काम कर रहा है। हालांकि एलोन मस्क ने खुद किसी कर्मचारी ਨੂੰ नहीं कढ़िया, पर DOG ਦੇ ਯਤਨਾਂ ਕਾਰਨ ਵੱਡੀ ਗਿਣਤੀ 'ਚ ਛਾਂਟੀ ਅਤੇ ਅਸਤੀਫੇ ਹੋਏ ਹਨ। ਰਿਪੋਰਟਾਂ ਮੁਤਾਬਕ 20,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਜਦਕਿ 75,000 ਨੇ ਸਵੈ ਇੱਛਾ ਨਾਲ ਛਾਂਟੀ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਇਹ ਛਾਂਟੀ ਮੁੱਖ ਤੌਰ ਤੇ ਉਹਨਾਂ ਕਰਮਚਾਰੀਆਂ ਤੇ ਹੋਈ ਜੋ ਪ੍ਰੋਬੇਸ਼ਨਰੀ ਸਥਿਤੀ ਤੇ ਸਨ, क्योंकि ਉਹਨਾਂ ਕੋਲ ਸਿਵਲ ਸੇਵਾ ਸੁਰੱਖਿਆ ਘੱਟ ਹੈ। ट्रंप ਦੇ ਨਵੇਂ ਹੁਕਮ ਦੇ ਅਨੁਸਾਰ DOG ਸਿਰਫ ਸਲਾਹਕਾਰ ਭੂਮਿਕਾ ਨਿਭਾਏਗਾ ਅਤੇ ਅੰਤਿਮ ਫੈਸਲਾ ਕੈਬਨਿਟ ਸਕੱਤਰਾਂ ਕੋਲ ਹੋਵੇਗਾ।
ਇਸ ਤੋਂ ਇਲਾਵਾ ਪੋਲੀਟੀਕੋ ਨੇ ਲਿਖਿਆ ਕਿ ਇਹ ਫੈਸਲਾ ਐਲੋਨ ਮਸਕ ਦੇ ਅਧਿਕਾਰ ਨੂੰ ਸੀਮਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰਿਪੋਰਟਾਂ ਅਨੁਸਾਰ 20,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਛਾਂਟੀਆਂ ਦਾ ਮੁੱਖ ਤੌਰ ਤੇ ਉਹਨਾਂ ਕਰਮਚਾਰੀਆਂ ਤੇ ਅਸਰ ਪਿਆ ਜੋ ਪ੍ਰੋਬੇਸ਼ਨਰੀ ਸਥਿਤੀ ਤੇ ਸਨ। ਇਸ ਤੋਂ ਇਲਾਵਾ ਅੰਦਾਜ਼ਾ ਕਿ ਇਹ ਛਾਂਟੀ ਕਈ ਏਜੰਸੀਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਅੰਦਰੂਨੀ ਮਾਲੀਆ ਸੇਵਾ, ਊਰਜਾ ਵਿਭਾਗ, ਵੈਟਰਨਸ ਮਾਮਲਿਆਂ ਦਾ ਵਿਭਾਗ ਅਤੇ ਹੋਰ ਸ਼ਾਮਲ ਹਨ। ਰਾਸ਼ਟਰਪਤੀ ਦਾ ਇਹ ਸੰਦੇਸ਼ ਐਲੋਨ ਮਸਕ ਦੇ ਅਧਿਕਾਰ ਨੂੰ ਸੀਮਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ। ਪੋਲੀਟੀਕੋ ਨੇ ਇਹ ਲਿਖਿਆ ਕਿ ਟਰੰਪ ਦੇ ਨਵੇਂ ਹੁਕਮ ਦੇ ਅਨੁਸਾਰ DOJ ਅਤੇ ਇਸ ਦਾ ਸਟਾਫ ਸਲਾਹਕਾਰ ਭੂਮਿਕਾ ਨਿਭਾਏਗਾ, ਪਰ ਅੰਤਿਮ ਫੈਸਲਾ ਕੈਬਨਿਟ ਸਕੱਤਰਾਂ ਕੋਲ ਹੋਵੇਗਾ। ਅਮਰੀਕਾ ਵਿੱਚ ਗੰਭੀਰ ਮੌਸਮੀ ਹਾਲਾਤ ਨੇ ਕਈ ਥਾਵਾਂ ਤੇ ਤਬਾਹੀ ਮਚਾਈ ਹੈ। ਮਿਸੀਸਿਪੀ ਵਿੱਚ ਜਿੱਥੇ ਸ਼ਕਤੀਸ਼ਾਲੀ ਤੂਫਾਨ ਨੇ 3 ਲੋਕਾਂ ਦੀ ਜਾਨ ਲੈ ਲਈ, ਉੱਥੇ ਹੀ ਬੁੱਧਵਾਰ ਨੂੰ ਇੱਕ ਛੋਟੇ ਜਿਹੇ ਓਕਲਾਹੋਮਾ ਕਸਬੇ ਵਿੱਚ ਤੇਜ਼ ਹਵਾਵਾਂ ਨੇ ਛੱਤਾਂ ਨੂੰ ਉਡਾ ਦਿੱਤਾ, ਜਿਸ ਨਾਲ ਪੂਰਬੀ ਤੱਟ ਤੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ, ਜਦਕਿ ਮੱਧ ਪੱਛਮੀ ਖੇਤਰ ਵਿੱਚ ਭਾਰੀ ਬਰਫ਼ਬਾਰੀ ਹੋਈ ਅਤੇ ਟੈਕਸਾਸ ਵਿੱਚ ਸੁੱਕੇ ਹਵਾ ਵਾਲੇ ਮੌਸਮ ਕਾਰਨ ਜੰਗਲ ਦੀ ਅੱਗ ਭੜਕ ਗਈ। ਇਸ ਦੌਰਾਨ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਤੂਫਾਨ ਆਉਣ ਨਾਲ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਕੈਲੀਫੋਰਨੀਆ ਅਤੇ ਪੱਛਮ ਦੇ ਹੋਰ ਹਿੱਸਿਆਂ ਵਿੱਚ ਪਹਾੜੀ ਇਲਾਕਿਆਂ ਵਿੱਚ ਵਿਆਪਕ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੈਰੋਲੀਨਾ, ਫਲੋਰੀਡਾ ਅਤੇ ਵਰਜੀਨੀਆ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ। ਯੂਨੀਅਨ ਕਾਉਂਟੀ ਉੱਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ US ਨੈਸ਼ਨਲ ਵੈਦਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਯੂਨੀਅਨ ਵਿਲ ਖੇਤਰ ਵਿੱਚ ਇੱਕ EFI ਤੂਫਾਨ ਆਇਆ, ਜਿਸ ਕਾਰਨ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਅਤੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਕਾਉਂਟੀ ਅਨੁਸਾਰ ਮੌਸਮ ਦੀ ਗੰਭੀਰ ਸਥਿਤੀ ਕਾਰਨ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਟੈਕਸਾਸ ਵਿੱਚ ਤੇਜ਼ ਹਵਾਵਾਂ ਅਤੇ ਸੁੱਕੀਆਂ ਬਨਸਪਤੀ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਜੰਗਲਾਂ ਵਿੱਚ ਅੱਗ ਲੱਗ ਗਈ। ਕਾਉਂਟੀ ਜੱਜ ਨੇ ਕਿਹਾ ਹੈ ਕਿ ਕਾਰਪਸ ਕ੍ਰਿਸਟੀ ਦੇ ਨੇੜੇ ਸੈਨ ਪੈਟ੍ਰਿਸਿਓ ਕਾਉਂਟੀ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 20 ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਗੰਭੀਰ ਮੌਸਮੀ ਹਾਲਾਤ ਕਾਰਨ ਦੱਖਣੀ ਮੱਧ ਟੈਕਸਾਸ ਵਿੱਚ ਅੱਗ ਅਜੇ ਵੀ ਜਾਰੀ ਹੈ ਅਤੇ ਇਸ ਦਾ ਖਤਰਾ ਹਲੇ ਵੀ ਜਾਰੀ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਉਡਾਨਾਂ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਤਕਰੀਬਨ 800 ਦੇ ਕਰੀਬ ਇਹ ਉਡਾਨਾਂ ਨੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਟੋ ਟਰੱਕ ਡਰਾਈਵਰ ਇੱਕ ਦੂਜੇ ਨਾਲ ਦੁਸ਼ਮਣੀ ਕੱਢਣ ਦਾ ਕੋਈ ਮੌਕਾ ਖੁੰਝਣ ਨਹੀਂ ਦੇ ਰਹੇ ਅਤੇ ਇਸ ਕਿੱਤੇ ਵਿੱਚ ਲੱਗੇ ਭਾਰਤੀਆਂ ਦੀ ਜਾਨ ਉੱਤੇ ਖਤਰਾ ਮੰਡਰਾ ਰਿਹਾ ਹੈ। 2025 ਵਿੱਚ ਟੋ ਟਰੱਕ ਡਰਾਈਵਰਸ ਤੇ ਗੋਲੀਆਂ ਚਲਾਉਣ ਦੀਆਂ 13 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 2 ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਈਆਂ। ਟੋਰਾਂਟੋ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਟੋ ਟਰੱਕ ਡਰਾਈਵਰਾਂ ਤੇ ਚੱਲ ਰਹੀਆਂ ਗੋਲੀਆਂ ਬਾਰੇ ਪੁਲਿਸ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਗੋਲੀਬਾਰੀ ਦੀ ਤਾਜ਼ਾ ਵਾਰਦਾਤ ਦੇ ਚਸ਼ਮਦੀਦ ਅਰਜੁਨ ਰਾਜੀਵ ਨੇ ਦੱਸਿਆ ਕਿ ਇੱਕ ਟੋ ਟਰੱਕ ਡਰਾਈਵਰ ਆਪਣੀ ਜਾਨ ਬਚਾਉਣ ਲਈ ਦੌੜ ਰਿਹਾ ਸੀ, ਜਿਸ ਦੀ ਪਿੱਠ ਤੇ ਗੋਲੀ ਮਾਰ ਦਿੱਤੀ ਗਈ ਅਤੇ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ। ਰਾਜੀਵ ਨੇ ਟੋਰਾਂਟੋ ਦੇ ਗੈਸ ਸਟੇਸ਼ਨ ਤੇ ਆਪਣੀ ਸ਼ਿਫਟ ਖਤਮ ਹੀ ਕੀਤੀ ਸੀ ਕਿ ਗੋਲੀਆਂ ਚੱਲ ਗਈਆਂ। ਉਹ ਪੀੜੀ ਦੀ ਮਦਦ ਵਾਸਤੇ ਅੱਗੇ ਵਧਿਆ, ਜੋ ਜ਼ਖਮੀ ਹਾਲਤ ਵਿੱਚ ਸੀ। 911 ਤੇ ਕਾਲ ਕਰਨ ਦੀ ਦੁਹਾਈ ਕਰ ਰਿਹਾ ਸੀ। ਸੀਸੀਟੀਵੀ ਦੀ ਰਿਪੋਰਟ ਮੁਤਾਬਕ ਰਾਜੀਵ ਨੇ ਦੱਸਿਆ ਕਿ 2 ਸ਼ੱਕੀ ਕਾਲੇ ਰੰਗ ਦੀ SUV ਵਿੱਚ ਫਰਾਰ ਹੋ ਗਏ। ਟੋਰਾਂਟੋ ਪੁਲਿਸ ਅੱਗੇ ਪਿੱਛੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਫਿਲਹਾਲ ਆਪਸ ਵਿੱਚ ਜੋੜ ਕੇ ਨਹੀਂ ਦੇਖ ਰਹੀ। ਜਨਵਰੀ ਮਹੀਨੇ ਦੌਰਾਨ ਵੀ ਸਕਾਰਬਰੋ ਵਿਖੇ 24 ਘੰਟਿਆਂ ਦੇ ਅੰਦਰ 3 ਟੋ ਟਰੱਕ ਡਰਾਈਵਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇੱਕ ਪੀੜੀ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੁਲਟ ਪ੍ਰੂਫ ਜੈਕਟ ਨਾ ਪਾਈ ਹੁੰਦੀ ਤਾਂ ਉਸ ਦਾ ਭਰਾ ਅੱਜ ਜਿਉਂਦਾ ਨਾ ਹੁੰਦਾ। ਉਧਰ ਓਨਟਾਰੀਓ ਦੀ ਪ੍ਰੋਫੈਸ਼ਨਲ ਟੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਕੁਝ ਨਾ ਕੁਝ ਤਾਂ ਜ਼ਰੂਰ ਗਲਤ ਹੈ ਜੋ ਗੋਲੀਆਂ ਚੱਲਣ ਦਾ ਕਾਰਨ ਬਣ ਰਿਹਾ ਹੈ। ਹੁਣ ਟੋ ਟਰੱਕ ਡਰਾਈਵਰ ਬੁਲਟ ਪ੍ਰੂਫ ਜੈਕਟ ਪਾ ਕੇ ਕੰਮ ਤੇ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿਰਫ ਟੋ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ, ਸਗੋਂ ਗ੍ਰਾਹਕਾਂ ਤੇ ਵੀ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਹਨ। ਉਹਨਾਂ ਨੇ ਅੱਗੇ ਕਿਹਾ, ਇੱਕ ਟੋ ਟਰੱਕ ਡਰਾਈਵਰ $500 ਤੋਂ $1000 ਦਾ ਕਿਰਾਇਆ ਲੈਂਦਾ ਹੈ, ਪਰ ਇੰਨੀ ਰਕਮ ਪਿੱਛੇ ਕਿਸੇ ਨੂੰ ਜਾਨੋਂ ਮਾਰਨ ਦਾ ਯਤਨ ਸਾਡੀ ਸਮਝ ਤੋਂ ਬਾਹਰ ਹੈ। ਟੋਰਾਂਟੋ ਦੇ ਲੋਕ ਸੁਰੱਖਿਆ ਮਾਹਰ ਕ੍ਰਿਸ ਲੂਇਸ ਨੇ ਕਿਹਾ ਹੈ ਕਿ ਟੋਇੰਗ ਇੰਡਸਟਰੀ ਵਿੱਚ ਬੰਦੂਕ ਹਿੰਸਾ ਸਿਖਰਾਂ ਤੇ ਪੁਸ਼ਤੀ ਮਹਿਸੂਸ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਇੱਥੇ ਹੋਣ ਵਾਲੀ ਕਮਾਈ ਹੈ ਅਤੇ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੋਣ ਕਾਰਨ ਟਕਰਾਅ ਵਧ ਰਹੇ ਹਨ। ਸੂਬਾ ਸਰਕਾਰ ਵੱਲੋਂ ਟੋਇੰਗ ਇੰਡਸਟਰੀ ਨੂੰ ਨੇਮਬੱਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ,
ਪਰ ਹਿੰਸਾ ਨੂੰ ਕੰਟਰੋਲ ਕਰਨਾ ਸੌਖਾ ਨਹੀਂ। ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੱਛਮੀ ਇਲਾਕੇ ਵਿੱਚ ਗੋਲੀਬਾਰੀ ਦਾ ਨਿਸ਼ਾਨਾ ਬਣੇ 50-55 ਸਾਲ ਦੇ ਸ਼ਖਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ 20-25 ਸਾਲ ਦੇ ਡਰਾਈਵਰ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਇੱਕ ਦੇ ਬਾਅਦ ਇੱਕ ਸਖਤ ਫੈਸਲੇ ਲੈ ਰਹੇ ਹਨ, ਭਾਵੇਂ ਉਹ ਫੈਸਲਾ ਟੈਰਿਫ ਸੰਬੰਧੀ ਹੋਵੇ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਹੋਵੇ। ਹੁਣ ਟਰੰਪ ਇੱਕ ਅਜਿਹਾ ਫੈਸਲਾ ਕਰ ਸਕਦੇ ਹਨ ਜਿਸ ਨਾਲ ਪਾਕਿਸਤਾਨ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਸਲ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਤਿਆਰ ਕੀਤੀ ਜਾ ਰਹੀ ਨਵੀਂ ਯਾਤਰਾ ਪਾਬੰਦੀ ਯੋਜਨਾ ਵਿੱਚ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦੇ ਵੀ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸਿਖਰ ਤੇ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਤੇ ਨਵੀਆਂ ਯਾਤਰਾ ਪਾਬੰਦੀਆਂ ਲਗਾਏ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲ ਹੋਣ ਤੇ ਪੂਰੀ ਪਾਬੰਦੀ ਸ਼ਾਮਲ ਹੈ। ਪਾਕਿਸਤਾਨੀ ਸੰਸਥਾ ਦੇ ਸੂਤਰਾਂ ਨੇ ਵੀਰਵਾਰ ਨੂੰ IANS ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਲਈ ਜਾਂਚ ਅਤੇ ਜਾਂਚ ਪ੍ਰਕਿਰਿਆ ਕਈ ਕਮੀਆਂ ਦਾ ਖੁਲਾਸਾ ਕਰ ਸਕਦੀ ਹੈ, ਜਿਸ ਕਾਰਨ ਪੂਰੀ ਯਾਤਰਾ ਪਾਬੰਦੀ ਲੱਗ ਸਕਦੀ ਹੈ, ਜਿਸ ਨਾਲ ਅਣਗਿਣਤ ਪਾਕਿਸਤਾਨੀਆਂ ਅਤੇ ਅਫਗਾਨਾਂ ਨੂੰ ਖਤਰਾ ਹੋ ਸਕਦਾ ਹੈ ਜੋ ਇਮੀਗ੍ਰੇਸ਼ਨ ਰਾਹੀਂ ਅਮਰੀਕਾ ਵਿੱਚ ਸ਼ਰਨ ਜਾਂ ਮੁੜ ਵਸੇਬਾ ਹਾਸਲ ਕਰਨਾ ਚਾਹੁੰਦੇ ਹਨ। ਇੱਕ ਭਰੋਸੇਯੋਗ ਸਰੋਤ ਨੇ ਦੱਸਿਆ ਕਿ ਅਫਗਾਨਿਸਤਾਨ ਨੂੰ ਪੂਰੀ ਯਾਤਰਾ ਪਾਬੰਦੀ ਲਈ ਸਿਫਾਰਿਸ਼ ਕੀਤੇ ਗਏ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਸੂਚੀ ਵਿੱਚ ਸ਼ਾਮਲ ਕਰਨ ਲਈ ਪਾਕਿਸਤਾਨ ਦਾ ਨਾਮ ਵੀ ਸਿਫਾਰਿਸ਼ ਕੀਤਾ ਜਾਵੇਗਾ। ਸੂਤਰ ਨੇ ਖੁਲਾਸਾ ਕੀਤਾ ਕਿ ਨਵੀਆਂ ਯਾਤਰਾ ਪਾਬੰਦੀਆਂ ਅਗਲੇ 10 ਦਿਨਾਂ ਦੇ ਅੰਦਰ ਲਾਗੂ ਕੀਤੀਆਂ ਜਾ ਸਕਦੀਆਂ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸੂਤਰ ਨੇ ਦੱਸਿਆ ਕਿ ਜਿਨ੍ਹਾਂ ਪਾਕਿਸਤਾਨੀਆਂ ਕੋਲ ਜਾਇਜ਼ ਅਮਰੀਕੀ ਵੀਜ਼ਾ ਹੈ ਉਹ ਯਾਤਰਾ ਪਾਬੰਦੀ ਦੇ ਐਲਾਨ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕੇ ਯਾਤਰਾ ਕਰ ਲੈਣ। ਵਾਸ਼ਿੰਗਟਨ ਦੇ ਨਵੇਂ ਕਦਮ ਦਾ ਸਿੱਧਾ ਪ੍ਰਭਾਵ ਉਹਨਾਂ ਹਜ਼ਾਰਾਂ ਅਫਗਾਨੀਆਂ ਤੇ ਪੈ ਸਕਦਾ ਹੈ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਵਾਸੀ ਵੀਜ਼ਾ ਦਿੱਤੇ ਜਾਣ ਤੋਂ ਬਾਅਦ ਪਹਿਲਾਂ ਅਮਰੀਕਾ ਵਿੱਚ ਮੁੜ ਵਸੇਬੇ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰ ਯੁੱਧ ਦੇ ਖਦਸ਼ੇ ਵਿਚਕਾਰ ਮੈਕਸੀਕੋ ਨੂੰ ਰਾਹਤ ਦਿੱਤੀ ਹੈ। ਉਹਨਾਂ ਨੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ 25% ਟੈਰਿਫ ਲਗਾਉਣ ਦੇ ਫੈਸਲੇ ਨੂੰ 1 ਮਹੀਨੇ ਲਈ ਟਾਲ ਦਿੱਤਾ ਹੈ। ਨਵੀਆਂ ਦਰਾਂ ਅਪ੍ਰੈਲ ਤੋਂ ਲਾਗੂ ਹੋਣਗੀਆਂ। ਕੈਨੇਡਾ ਬਾਰੇ ਉਹਨਾਂ ਨੇ ਕਿਹਾ ਕਿ ਟੈਰਿਫ ਦੀ ਸਮੱਸਿਆ ਜਸਟਿਨ ਟਰੂਡੋ ਕਾਰਨ ਪੈਦਾ ਹੋਈ ਹੈ ਅਤੇ ਉਹ ਇਸ ਨੂੰ ਚੋਣਾਂ ਜਿੱਤਣ ਲਈ ਵਰਤ ਰਹੇ ਹਨ। ਟਰੰਪ ਨੇ ਸਪਸ਼ਟ ਕੀਤਾ ਹੈ ਕਿ ਭਾਵੇਂ ਉਹ ਮੈਕਸੀਕੋ ਨੂੰ ਰਾਹਤ ਦੇ ਰਹੇ ਹਨ, ਪਰ ਕੈਨੇਡਾ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ ਤੇ ਟੈਰਿਫ ਦੀ ਦਰ ਨਹੀਂ ਘਟਾਈ ਜਾਵੇਗੀ। ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਲਿਖਿਆ ਕਿ ਇਸ ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਕੈਨੇਡਾ ਲਈ ਕੀਤੇ ਗਏ ਮਾੜੇ ਕੰਮ ਦੇ ਬਾਵਜੂਦ ਮੈਨੂੰ ਲੱਗਦਾ ਹੈ ਕਿ ਜਸਟਿਨ ਟਰੂਡੋ ਟੈਰਿਫ ਦੀ ਸਮੱਸਿਆ ਦਾ ਇਸਤੇਮਾਲ ਕਰ ਰਹੇ ਹਨ, ਜਿਸ ਦਾ ਕਾਰਨ ਉਹ ਖੁਦ ਹੀ ਹਨ, ਤਾਂ ਜੋ ਉਹ ਦੁਬਾਰਾ ਪ੍ਰਧਾਨ ਮੰਤਰੀ ਲਈ ਚੋਣ ਲੜ ਸਕਣ। ਇਹ ਦੇਖਣਾ ਬਹੁਤ ਮਜ਼ੇਦਾਰ ਹੈ। ਇਸ ਤੋਂ ਇਲਾਵਾ ਮੈਕਸੀਕੋ ਨੂੰ ਰਾਹਤ ਦਿੱਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ ਮੈਕਸੀਕੋ ਤੋਂ ਆਉਣ ਵਾਲੇ ਜ਼ਿਆਦਾਤਰ ਸਮਾਨ ਤੇ 25% ਟੈਰਿਫ ਨੂੰ 1 ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। ਟਰੰਪ ਦੀ ਇਹ ਘੋਸ਼ਣਾ ਉਹਨਾਂ ਦੇ ਵਣਜ ਸਕੱਤਰ ਹਾਵਰਡ ਲੁਟਨਿਕ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਕੈਨੇਡਾ ਅਤੇ ਮੈਕਸੀਕੋ ਦੋਵਾਂ ਤੇ ਟੈਰਿਫ 'ਚ ਦੇਰੀ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਜਨਵਰੀ 'ਚ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਫਰਵਰੀ 'ਚ ਨਵੀਆਂ ਟੈਰਿਫ ਦਰਾਂ ਦਾ ਐਲਾਨ ਕੀਤਾ ਸੀ। ਹਾਲਾਂਕਿ ਉਹਨਾਂ ਨੇ ਦੂਜੀ ਵਾਰ ਨਵੇਂ ਟੈਰਿਫ ਦਰਾਂ ਨੂੰ ਲਾਗੂ ਕਰਨ ਵਿੱਚ 1 ਮਹੀਨੇ ਦੀ ਦੇਰੀ ਦੀ ਗੱਲ ਵੀ ਕੀਤੀ ਹੈ। ਇਸ ਤੋਂ ਇਲਾਵਾ ਇਹ ਛੋਟ ਉਹਨਾਂ ਵਸਤਾਂ ਤੇ ਲਾਗੂ ਹੋਵੇਗੀ ਜੋ ਟਰੰਪ ਦੁਆਰਾ ਆਪਣੇ ਪਹਿਲੇ ਕਾਰਜਕਾਲ 'ਚ ਕੈਨੇਡਾ ਅਤੇ ਮੈਕਸੀਕੋ ਨਾਲ ਕੀਤੇ ਵਪਾਰਕ ਸਮਝੌਤਿਆਂ ਦੇ ਅਨੁਸਾਰ ਹਨ। ਟਰੰਪ ਨੇ ਟਰੂਥ ਸੋਸ਼ਲ ਤੇ ਕਿਹਾ, ਅਸੀਂ ਗੈਰ ਕਾਨੂੰਨੀ ਪ੍ਰਵਾਸੀ ਲੋਕਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਣ ਅਤੇ ਫੈਂਟਾਨਿਲ ਨੂੰ ਰੋਕਣ ਲਈ ਸਰਹੱਦ ਤੇ ਮਿਲ ਕੇ ਸਖਤ ਮਿਹਨਤ ਕਰ ਰਹੇ ਹਾਂ। ਏਅਰ ਇੰਡੀਆ ਦੀ ਸ਼ਿਕਾਗੋ ਤੋਂ ਦਿੱਲੀ ਆ ਰਹੀ ਉਡਾਨ ਨੂੰ ਤਕਨੀਕੀ ਨੁਕਸ ਕਰਕੇ ਅਮਰੀਕੀ ਸ਼ਹਿਰ ਮੋੜ ਦਿੱਤਾ ਗਿਆ। ਉਂਝ ਮੁੜਨ ਤੋਂ ਪਹਿਲਾਂ ਏਅਰ ਇੰਡੀਆ ਦੀ ਉਡਾਨ 10 ਘੰਟਿਆਂ ਲਈ ਹਵਾ ਵਿੱਚ ਸੀ। ਉਂਝ ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸਰੋਤ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਨੂੰ ਮੋੜਨਾ ਪਿਆ ਕਿਉਂਕਿ ਇਸ ਦੇ ਬਹੁਤੇ ਪਖਾਨੇ ਬੰਦ ਹੋ ਗਏ ਸਨ। ਫਲਾਈਟ ਟਰੈਕਿੰਗ ਵੈਬਸਾਈਟ ਦੇ ਉੱਤੇ ਉਪਲਬਧ ਜਾਣਕਾਰੀ ਮੁਤਾਬਕ ਬੋਇੰਗ 777-337 ER ਜਹਾਜ਼ 10 ਘੰਟੇ ਤੋਂ ਵੱਧ ਸਮਾਂ ਹਵਾਈ ਵਿੱਚ ਰਹਿਣ ਮਗਰੋਂ ਸ਼ਿਕਾਗੋ ਦੇ ORD ਹਵਾਈ ਅੱਡੇ ਤੇ ਮੁੜ ਆਇਆ। ਏਅਰ ਇੰਡੀਆ ਦੇ ਤਰਜਮਾਨ ਨੇ ਕਿਹਾ ਕਿ ਸ਼ਿਕਾਗੋ ਤੋਂ ਦਿੱਲੀ ਜਾ ਰਹੀ ਉਡਾਨ AI 126 ਤਕਨੀਕੀ ਨੁਕਸ ਕਰਕੇ 6 ਮਾਰਚ ਨੂੰ ਸ਼ਿਕਾਗੋ ਪਰਤ ਆਈ। ਤਰਜਮਾਨ ਨੇ ਬਿਆਨ ਵਿੱਚ ਕਿਹਾ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਹਨ। ਐਲੋਨ ਮਸਕ ਦੀ ਕੰਪਨੀ SpaceX ਲਈ ਇਹ ਸਾਲ ਚੰਗਾ ਨਹੀਂ ਰਿਹਾ ਕਿਉਂਕਿ ਵੀਰਵਾਰ ਨੂੰ SpaceX ਨੇ ਲਾਂਚ ਦੇ ਕੁਝ ਮਿੰਟਾਂ ਬਾਅਦ ਹੀ ਸਪੇਸ ਵਿੱਚ ਆਪਣੇ ਸਟਾਰਸ਼ਿਪ ਰਾਕੇਟ ਨਾਲ ਸੰਪਰਕ ਗਵਾ ਦਿੱਤਾ। ਇਸ ਸਾਲ ਕੰਪਨੀ ਦੀ ਸਟਾਰਸ਼ਿਪ ਦੀ ਇਹ ਲਗਾਤਾਰ ਦੂਜੀ ਅਸਫਲਤਾ ਹੈ। ਇਸ ਦੇ ਨਾਲ ਹੀ ਕੰਪਨੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠ ਸਕਦੇ ਹਨ।
ਐਲੋਨ ਮਸਕ ਦੇ SpaceX ਨੇ ਲਾਂਚ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਪੁਲਾੜ ਵਿੱਚ ਸਟਾਰਸ਼ਿਪ ਦਾ ਕੰਟਰੋਲ ਗਵਾ ਦਿੱਤਾ, ਜਿਸ ਕਾਰਨ ਇੰਜਨ ਬੰਦ ਹੋ ਗਏ। ਇੱਕ ਕੰਪਨੀ ਲਾਈਵ ਸਟ੍ਰੀਮ ਨੇ ਦਿਖਾਇਆ ਕਿ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਦੇ ਕੁਝ ਮਿੰਟਾਂ ਬਾਅਦ ਦੱਖਣੀ ਫਲੋਰੀਡਾ ਅਤੇ ਬਹਾਮਾ ਦੇ ਨੇੜੇ ਸ਼ਾਮ ਦੇ ਆਸਮਾਨ ਵਿੱਚ ਪੁਲਾੜ ਯਾਨ ਤੋਂ ਅੱਗ ਦੇ ਗੋਲੇ ਵਰਗਾ ਮਲਬਾ ਦਿਖਾਈ ਦਿੱਤਾ ਗਿਆ। SpaceX ਲਾਈਵ ਸਟ੍ਰੀਮ ਸਟਾਰਸ਼ਿਪ ਨੂੰ ਬੇਕਾਬੂ ਹਵਾ ਵਿੱਚ ਜਾ ਰਿਹਾ ਦਿਖਾਉਂਦਾ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਪੇਸ ਲਾਂਚ ਦੇ ਮਲਬੇ ਕਾਰਨ ਮਿਆਮੀ, ਫੋਰਟ ਲਾਡਰਡੇਲ, ਪਾਮ ਬੀਚ ਅਤੇ ਓਰਲੈਂਡੋ ਹਵਾਈ ਅੱਡਿਆਂ ਤੇ ਥੋੜੇ ਸਮੇਂ ਲਈ ਉਡਾਣਾਂ ਨੂੰ ਰੋਕ ਦਿੱਤਾ। ਸਟਾਰਸ਼ਿਪ ਮਿਸ਼ਨ ਦੀ SpaceX ਲਾਈਵ ਸਟ੍ਰੀਮ ਦੇ ਰੂਪ ਵਿੱਚ ਸਪੇਸ ਵਿੱਚ ਟੁੱਟ ਗਈ ਅਤੇ ਇਸ ਨੂੰ ਬੇਕਾਬੂ ਢੰਗ ਨਾਲ ਘੁੰਮਦਾ ਦਿਖਾਇਆ ਗਿਆ। ਨਿਊਜ਼ੀਲੈਂਡ ਦੇ ਵਿੱਚ ਡੇ ਲਾਈਟ ਸੇਵਿੰਗ ਨਿਯਮਾਂ ਤਹਿਤ ਸਮਾਂ ਦੱਸਣ ਵਾਲੀਆਂ ਘੜੀਆਂ ਦਾ ਸਮਾਂ ਅਗਲੇ ਮਹੀਨੇ ਐਤਵਾਰ 6 ਅਪ੍ਰੈਲ 2025 ਨੂੰ ਤੜਕੇ ਸਵੇਰੇ 3 ਵਜੇ 1 ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਿਛਲੇ 199 ਦਿਨਾਂ ਦੀ ਚੱਲ ਰਹੀ ਡੇ ਲਾਈਟ ਸੇਵਿੰਗ ਯਾਨੀ ਦਿਨ ਦੀ ਰੋਸ਼ਨੀ ਦੀ ਬਚਤ ਖਤਮ ਹੋ ਜਾਵੇਗੀ। ਇਹ ਸਮਾਂ ਇਸੇ ਤਰ੍ਹਾਂ 28 ਸਤੰਬਰ 2025 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ 1 ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ ਤੇ ਡੇ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ। ਆਮ ਤੌਰ ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦਿਨ ਪਹਿਲਾਂ ਯਾਨੀ ਕਿ ਸ਼ਨੀਵਾਰ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਵਾਲੀ ਘੜੀਆਂ 1 ਘੰਟਾ ਪਿੱਛੇ ਕਰ ਲੈਣ ਤਾਂ ਕਿ ਉਹਨਾਂ ਨੂੰ ਸਵੇਰੇ ਉੱਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟਫੋਨ ਦੇ ਉੱਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। ਚੌਥੇ 6 ਅਪ੍ਰੈਲ ਨੂੰ ਸੂਰਜ ਜੋ ਹੈ ਸਵੇਰੇ 7:38 ਦੀ ਜਗ੍ਹਾ ਹੁਣ 6:38 ਉੱਤੇ ਚੜ੍ਹੇਗਾ ਅਤੇ ਸ਼ਾਮ 6 ਵਜੇ ਉਹ ਉਤਰੇਗਾ। 6 ਅਪ੍ਰੈਲ ਨੂੰ ਲੋਕਾਂ ਨੂੰ 1 ਘੰਟਾ ਪਹਿਲਾਂ ਸੂਰਜ ਚੜ੍ਹਿਆ ਹੋਇਆ ਪ੍ਰਤੀਤ ਹੋਵੇਗਾ ਤੇ 1 ਘੰਟਾ ਪਹਿਲਾਂ ਸੂਰਜ ਵਿੱਚ ਜਾਵੇਗਾ। ਦਿਨ ਦੀ ਲੰਬਾਈ ਰਹੇਗੀ 11 ਘੰਟੇ 29 ਮਿੰਟ ਅਤੇ 13 ਸੈਕਿੰਡ। ਜੂਨ, ਜੁਲਾਈ ਅਤੇ ਅਗਸਤ ਮਹੀਨਾ ਨਿਊਜ਼ੀਲੈਂਡ ਵਿੱਚ ਸਿਆਲ ਦੇ ਮਹੀਨੇ ਮੰਨੇ ਜਾਂਦੇ ਹਨ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿੱਚ ਦੁਪਹਿਰ ਦੇ 12 ਵਜਣਗੇ ਤਾਂ ਨਿਊਜ਼ੀਲੈਂਡ ਵਿੱਚ ਸ਼ਾਮ ਦੇ 6:30 ਹੋਏ ਕਰਨਗੇ। ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ 'ਚ ਦੁਪਹਿਰ 12 ਵਜੇ ਹੋਣਗੇ ਤਾਂ ਇੰਡੀਆ 'ਚ ਸਵੇਰ ਦੇ 5:30 ਹੋਇਆ ਕਰਨਗੇ। ਦੱਖਣੀ ਅਮਰੀਕਾ ਦੇ ਦੇਸ਼ ਚਿਲੀ ਦੇ ਉੱਤਰੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ 6.1 ਸੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਭੂਚਾਲ ਪ੍ਰਭਾਵਿਤ ਦੱਖਣੀ ਅਮਰੀਕੀ ਦੇਸ਼ ਵਿੱਚ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਸੰਯੁਕਤ ਰਾਜ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਦਾ ਕੇਂਦਰ ਚਿਲੀ ਦੀ ਬੋਲੀਵੀਆ ਸਰਹੱਦ ਦੇ ਨੇੜੇ ਉੱਤਰੀ ਮਾਰੂਥਲ ਦੇ ਕਿਨਾਰੇ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਸੈਨ ਪੈਡਰੋ ਡੀ ਅਟਾਕਾਮਾ ਤੋਂ 104 ਕਿਲੋਮੀਟਰ ਦੱਖਣੀ ਪੱਛਮ ਵਿੱਚ ਸੀ। ਦੱਸਦੇ ਕਿ ਇਹ ਭੂਚਾਲ 6 ਮਾਰਚ ਨੂੰ ਆਇਆ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 12:21 ਤੇ ਭੂਚਾਲ ਆਇਆ, ਜਿਸ ਦੀ ਡੂੰਘਾਈ 93 ਕਿਲੋਮੀਟਰ ਸੀ। ਚਿਲੀ ਦੀ ਰਾਸ਼ਟਰੀ ਆਫਤ ਏਜੰਸੀ ਨੇ ਭੂਚਾਲ ਨੂੰ ਮੱਧਮ ਤੀਬਰਤਾ ਵਜੋਂ ਸ਼੍ਰੇਣੀਬੱਧ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਸੰਭਾਵੀ ਨੁਕਸਾਨ ਦਾ ਮੁਲਾਂਕਣ ਕਰਨਾ ਜਾਰੀ ਰੱਖੇਗੀ। ਉਹਨਾਂ ਨੇ ਅੱਗੇ ਕਿਹਾ ਕਿ ਇਸ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਚਿਲੀ ਰਿੰਗ ਆਫ ਫਾਇਰ ਤੇ ਸਥਿਤ ਹੈ। ਇਹ ਖੇਤਰ ਚਿਲੀ ਤੋਂ ਅਲਾਸਕਾ ਤੱਕ ਫੈਲਿਆ ਹੋਇਆ ਹੈ, ਜਿੱਥੇ ਪ੍ਰਸ਼ਾਂਤ ਮਹਾਸਾਗਰ ਦੀ ਸਤਹ ਦੇ ਹੇਠਾਂ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ, ਜਿਸ ਕਾਰਨ ਭੂਚਾਲ ਅਤੇ ਸੁਨਾਮੀ ਆਉਂਦੇ ਹਨ। ਚਿਲੀ ਦੇ ਲੋਕਾਂ ਕੋਲ ਅਜੇ ਵੀ 2010 ਵਿੱਚ ਆਏ 8.8 ਤੀਬਰਤਾ ਵਾਲੇ ਭੂਚਾਲ ਦੀਆਂ ਯਾਦਾਂ ਤਾਜ਼ਾ ਹਨ, ਜਿਸ ਨੇ ਸੁਨਾਮੀ ਨੂੰ ਜਨਮ ਦਿੱਤਾ ਸੀ। ਇਸ ਸੁਨਾਮੀ ਕਾਰਨ 526 ਲੋਕਾਂ ਦੀ ਮੌਤ ਹੋ ਗਈ ਸੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮਿਲੀ ਯੂਨੀਵਰਸਿਟੀ ਦੇ ਨਾਲ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।